जालंधर के नज़दीकी शहर फगवाड़ा में जेसीटी मिल फ्लाईओवर पर उस समय हंगामा हो गया जब दो कार चालकों के बीच कहासुनी देखते ही देखते मारपीट में बदल गई। झगड़े के दौरान दोनों पक्षों ने एक दूसरे पर हमला किया जिसमें 3 लोग घायल हो गए। घायलों को इलाज के लिए सिविल अस्पताल में भर्ती करवाया गया। वहां सिविल अस्पताल में दोनों पक्ष भिड़ गए और रिसेप्शन में जमकर हंगामा किया। मौके पर मौजूद लोगों ने बताया कि एक्सीडेंट के बाद अस्पताल में वे दोनों जो पक्ष है एक दूसरे को बोलते रहे। वहां माइनर ओटी में एक दूसरे के साथ हाथापाई भी हो गई। उस समय एक पक्ष ने दूसरे पक्ष को बेड वालों से पकड़कर खींच लिया और इस घटनाक्रम का अब जो वीडियो है वो जमकर वायरल हो रहा है। प्रत्यक्षदर्शियों के मुताबिक फ्लाईओवर पर एक कार चालक ने अचानक ओवरटेक किया जिसको लेकर पीछे आ रही दूसरी गाड़ी के चालक ने विरोध किया। इसी बात पर दोनों गाड़ियां सड़क किनारे रोक दी गई और विवाद बढ़ गया। आरोप है कि इस दौरान एक पक्ष ने दूसरे पर ईंट और लोहे की वस्तु से हमला किया है। मौके पर जो है पुलिस पहुंची है, स्थिति को काबू में किया गया और घायलों को अस्पताल पहुंचाया गया। पुलिस का कहना है कि दोनों पक्षों के बयान दर्ज किए गए हैं। मामले की जांच के बाद ही आगे की कार्रवाई की जाएगी। सर की नाम है जी अपना? मनजिंदर सिंह जी कितने ਦੇ ਰਹਿਣ ਵਾਲੇ? ਮਨਿੰਦਰ ਸਿੰਘ ਜੀ ਕਿੱਥੇ ਦੇ ਰਹਿਣ ਵਾਲੇ? मैं खोतड़ा ਕੀ ਮਾਮਲਾ ਤੁਸੀਂ ਫਗਵਾੜਾ ਦੇ ਸਿਵਲ ਹਸਪੀਟਲ ਚ ਆਏ ਜੀ? ਸਵੇਰੇ ਅਸੀਂ ਬਾਜ਼ਾਰ ਤੋਂ ਆ ਰਹੇ ਸੀ, ਦੁਪਹਿਰ ਵੇਲੇ ਦੀ ਗੱਲ ਹੈ ਜੀ। ਇਹਨਾਂ ਨੇ ਕਹਿੰਦੇ ਵੀ ਤੁਸੀਂ ਸਾਨੂੰ ਰਸਤਾ ਨਹੀਂ ਦਿੱਤਾ, ਇੰਨੇ ਚ ਝਗੜਾ ਹੋ ਗਿਆ। ਝਗੜਾ ਵੀ ਕਾਹਦਾ ਹੋਇਆ, ਅਸੀਂ ਗੱਡੀ ਕੱਢਣ ਦੀ ਕੋਸ਼ਿਸ਼ ਕੀਤੀ, ਉਹਨੇ ਗੱਡੀ ਲਿਆ ਕੇ ਮੂਹਰੇ ਲਾ ਕੇ ਆਪਣੀ ਗੱਡੀ ਦਾ ਦਰਵਾਜ਼ਾ ਖੁੱਲ੍ਹਾ ਛੱਡ ਦਿੱਤਾ ਅਤੇ ਅਸੀਂ ਸਿਰਫ ਇਹ ਸੋਚਿਆ ਵੀ ਕੋਈ ਹੋਰ ਸਾਡੇ 'ਚ ਨਾ ਵੱਜਿਆ, ਅਸੀਂ ਗੱਡੀ ਰੋਕ ਲਈ। ਅਤੇ ਉੱਥੇ ਉਹ 2 ਜਣੇ ਸੀਗੇ, ਉਹਨਾਂ ਨੇ ਮੇਰੇ ਭਰਾ ਨੂੰ ਮਤਲਬ ਸੁੱਟਿਆ, ਅਟੈਕ ਕੀਤਾ। ਮੈਂ ਛੁਡਾ ਰਿਹਾ ਸੀਗਾ ਅਤੇ ਛੁਡਾਉਂਦੇ ਅਤੇ ਮੈਂ ਉਹਦੇ ਨਾਲ ਇੱਕ ਜਿਹੜਾ ਥੋੜ੍ਹੀ ਘੱਟ ਉਮਰ ਦਾ ਲੜਕਾ ਸੀ ਉਹਨੂੰ ਮੈਂ ਖਿੱਚ ਦਿੱਤਾ। ਉਹ ਡਿੱਗ ਗਿਆ, ਮੈਂ ਵੀ ਡਿੱਗ ਗਿਆ। ਮੇਰੇ ਗੋਡੇ 'ਤੇ ਹੱਥ 'ਤੇ ਸੱਟ ਲੱਗੀ, ਸ਼ਾਇਦ ਉਹਦੇ ਸਿਰ 'ਤੇ ਸੱਟ ਲੱਗ ਗਈ। ਉਹ ਦੂਸਰੇ ਨੂੰ ਹਟਾਉਂਦੇ ਉਨੀ ਦੇਰ ਨੂੰ ਲੋਕ ਇਕੱਠੇ ਹੋ ਗਏ। ਉਹ ਕਹਿੰਦੇ ਵੀ ਤੁਸੀਂ ਸਾਡੇ ਮਾਰਿਆ, ਤੁਸੀਂ ਇੱਦਾਂ ਕੀਤਾ। ਇੱਥੇ ਆ ਗਏ ਆ, ਮੇਰੇ ਹੱਥ ਦੇ ਵਿੱਚ ਸਵੈਲਿੰਗ ਨਹੀਂ ਸੀ ਗਿਆ, ਦੇਖ ਸਕਦੇ ਤੁਸੀਂ। ਅਤੇ ਇੱਥੇ ਡਾਕਟਰ ਜਿਹੜਾ ਅਟੈਂਡਿੰਗ ਸੀਗੇ ਉਹਨਾਂ ਨੇ ਕਿਹਾ ਵੀ ਤੁਹਾਡਾ ਐਕਸਰੇ ਹੋਏਗਾ ਹੱਥ ਦਾ। ਮੇਰੇ ਹੱਥ ਦੇ ਇਸ ਵੇਲੇ 3 ਉਂਗਲੀਆਂ ਨਹੀਂ ਮਤਲਬ ਮੁੜ ਰਹੀਆਂ ਅਤੇ ਕਹਿੰਦੇ ਐਕਸਰੇ ਹੁਣ ਨਹੀਂ ਹੋਏਗਾ, ਸਵੇਰ ਨੂੰ ਹੋਏਗਾ। ਅਤੇ ਉਹਨਾਂ ਨੇ ਮੈਨੂੰ ਉੱਪਰ ਐਡਮਿਟ ਕਰ ਦਿੱਤਾ। ਅਤੇ ਕੋਈ 3 ਮੁੰਡੇ ਆਏ ਅਤੇ ਘੁੰਮਦੇ ਫਿਰਦੇ ਮੇਰੇ ਕੋਲ ਮੇਰਾ ਇੱਕ ਫਰੈਂਡ ਬੈਠਾ ਸੀਗਾ। ਆ ਕੇ ਕਹਿੰਦੇ ਵੀ ਕੀ ਹੋਇਆ, ਤੁਸੀਂ ਉਹਨੂੰ ਉਹਦੇ ਮਾਰਿਆ? ਮੈਂ ਕਿਹਾ ਵੀ ਅਸੀਂ ਤਾਂ ਮਾਰਿਆ ਕਾਹਨੂੰ, ਵੀਰੇ ਛੁਡਾਉਂਦੇ ਸੀਗੇ। ਛੁਡਾਉਂਦੇ ਮੇਰੇ ਵੀ ਸੱਟਾਂ ਲੱਗ ਗਈਆਂ, ਉਹਦੇ ਵੀ ਸੱਟਾਂ ਲੱਗ ਗਈਆਂ। ਚਲੋ ਕਹਿੰਦਾ ਤੁਹਾਡਾ ਫੈਸਲਾ ਅਸੀਂ ਕਰਾ ਦਿੰਦੇ ਹਾਂ, 30,000 ਰੁਪਏ ਦਿਓ। ਮੈਂ ਕਿਹਾ ਵੀ ਫੈਸਲਾ 30,000 ਦਾ ਕਾਹਦਾ, ਤੁਸੀਂ ਕਿਸ ਚੀਜ਼ ਦਾ ਮੰਗਦੇ ਹੋ ਨਾ। ਚਲੋ ਗੱਲ ਗੁੱਲ ਮੁੱਕ ਗਈ ਤਾਂ ਕਹਿੰਦਾ ਤੁਸੀਂ 10,000 ਦਿਓ। ਮੈਂ ਕਿਹਾ ਮੈਂ ਤੈਨੂੰ ਜਾਣਦਾ ਨਹੀਂ, ਮੈਂ ਤੈਨੂੰ ਕਿੱਦਾਂ ਦੇ ਦਿਆਂ ਪੈਸੇ, ਮੈਨੂੰ ਕੀ ਪਤਾ ਤੂੰ ਕੌਣ ਆ ਕੌਣ ਨਹੀਂ। ਉਹਨਾਂ ਦੇ ਵੱਲੋਂ ਇੱਕ ਬੰਦਾ ਸੀ ਜਿਹੜਾ ਸਵੇਰ ਦਾ ਨਾਲ ਸੀਗਾ ਅਤੇ ਮੈਂ ਉਹਦਾ ਨੰਬਰ ਕੁਦਰਤੀ ਮੇਰੇ ਕੋਲ ਸੀ, ਮੈਂ ਉਹਨੂੰ ਫ਼ੋਨ ਕਰ ਲਿਆ। ਤਾਂ ਉਹਨੇ ਬੰਦੇ ਨੇ ਮੈਨੂੰ ਕਿਹਾ ਭਾਜੀ ਤੁਸੀਂ ਕਿਸੇ ਨੂੰ ਪੈਸੇ ਨਾ ਦਿਓ, ਵੀ ਮੈਂ ਨਹੀਂ ਕਿਸੇ ਦੀ ਗਰੰਟੀ ਲੈ ਸਕਦਾ। ਮੈਂ ਠੀਕ ਹੈ ਜੀ, ਮੈਨੂੰ ਪਤਾ। ਜਿਹੜਾ ਤਾਂ ਤੁਹਾਡੇ ਨਾਲ ਜਿਹੜਾ ਦਾ ਝਗੜਾ ਹੋਇਆ ਸੀ ਸਵੇਰੇ, ਉਹਨਾਂ ਨੇ ਤੁਹਾਨੂੰ ਕਿਹਾ ਵੀ ਪੈਸੇ ਕਿਸੇ ਨੂੰ ਨਾ ਦਿਓ? ਉਹਨਾਂ ਦੇ ਨਾਲ ਕੋਈ ਬੰਦਾ ਸੀ ਲੋਕਲ ਆਪਣੇ ਏਰੀਏ। ਠੀਕ ਹੈ ਜੀ। ਹਾਂਜੀ, ਉਹਨੇ ਕਿਹਾ ਵੀ ਤੁਸੀਂ ਕਿਸੇ ਨੂੰ ਨਾ ਦਿਓ ਪੈਸੇ, ਮੈਨੂੰ ਪਤਾ ਨਹੀਂ ਹੈਗਾ ਕੌਣ ਨਹੀਂ ਹੈ। ਅਤੇ ਉਹ ਉਨੀ ਦੇਰ ਨੂੰ ਮੈਂ ਕਿਹਾ ਵੀ ਦੇਖੋ ਜੀ ਮੈਂ ਪੈਸੇ ਇੱਦਾਂ ਕਿੱਦਾਂ ਦੇ ਦਿਆਂ, ਮੈਂ ਤੁਹਾਨੂੰ ਦੇ ਦਾਂ। ਅਗਲਾ ਬਾਅਦ ਵਿੱਚ ਮੈਨੂੰ ਕਹੋ ਵੀ ਤੂੰ ਕਿਹਨੂੰ ਦੇ ਦਿੱਤੇ ਪੈਸੇ, ਨਾ ਮੈਨੂੰ ਪਤਾ ਹੀ ਨਹੀਂ ਕਿਸੇ ਦਾ ਕੁਛ ਵੀ। ਅਤੇ ਪੈਸੇ ਵੀ ਮੈਨੂੰ ਮੰਗ ਰਹੇ ਨੇ ਵੀ। ਮੈਂ ਕਿਹਾ ਤੁਸੀਂ ਇੱਕ ਤਾਂ ਮੇਰੇ ਨਾਲ ਲੜੇ ਹੋ, ਉਸ ਤੋਂ ਤੁਸੀਂ ਮੇਰੇ ਤੋਂ ਪੈਸੇ ਵੀ ਮੰਗ ਰਹੇ ਹੋ। ਚਲੋ ਠੀਕ ਹੈ, ਮੈਂ ਕਿਹਾ ਵੀ ਰਫਾ ਦਫਾ ਹੋਵੇ ਗੱਲ, ਕੋਈ ਨਹੀਂ ਵੀ ਮਾੜੀ ਮੋਟੀ ਅਗਰ ਤੁਹਾਡੇ ਮੇਰੀ ਗਲਤੀ ਦੀ ਵਜ੍ਹਾ ਨਾਲ ਸੱਟ ਲਾ ਕੇ ਮੈਂ ਸੌਰੀ ਮੰਗਦਾ ਤੁਹਾਡੇ ਕੋਲੋਂ, ਅਤੇ ਤੁਹਾਨੂੰ ਮੈਂ ਪੈਸੇ ਜੋ ਤੁਹਾਡਾ ਇਲਾਜ ਹੋਗਾ ਮੈਂ ਉਹ ਵੀ ਕਰਾਂਗਾ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਇਹ ਅਤੇ 3-4 ਉਹ ਮੁੰਡੇ 2 ਜਣੇ ਉਹ ਅਤੇ 3 ਜਣੇ ਉਹਨਾਂ ਦੇ ਨਾਲ ਜਿਹੜੇ ਆਏ ਸੀਗੇ, ਉਹਨਾਂ ਨੇ ਜੀ ਆ ਕੇ ਮੇਰੇ ਵਾਲ ਫੜ ਲਏ ਨੇ। ਮੈਂ ਕੇਸ ਰੱਖ ਰਿਹਾ, ਮੇਰਾ ਪਟਕਾ ਲੈ ਗਏ ਨੇ ਅਤੇ ਵਾਲ ਮੇਰੇ ਪੱਟ ਦਿੱਤੇ ਸਾਰੇ। ਅਤੇ ਉਸ ਤੋਂ ਬਾਅਦ ਮੇਰੇ ਸਿਰ ਦੇ ਵਿੱਚ 3 ਜਣੇ ਸੀਗੇ। ਹੁਣ 3 ਜਣਿਆਂ ਨੂੰ ਬੰਦਾ ਕਿਆ ਹੀ ਕਰ ਸਕਦਾ, ਮੂਹਰੇ ਇਕੱਲਾ ਬੰਦਾ। 2 ਜਣਿਆਂ ਨੇ ਮੇਰੇ ਕੜੇ ਕੁੜੇ ਮਾਰੇ, ਸ਼ਾਇਦ ਇੱਕ ਦੇ ਹੱਥ 'ਚ ਕਿਰਚ ਸੀਗੀ, ਖਰੇ ਕੁਛ ਸੀ, ਉਹਨੇ ਉਹ ਮੇਰੇ ਗਰਦਨ 'ਤੇ ਮਾਰਨ ਦੀ ਕੋਸ਼ਿਸ਼ ਕੀਤੀ। ਸ਼ਾਇਦ ਇੱਕ ਨੇ ਮਾਰ ਵੀ ਦਿੱਤੀ, ਕੋਈ ਰੋਡ ਰੂਡ ਮਾਰ ਦਿੱਤੀ ਨੇ ਅਤੇ ਉਹ ਭੱਜੇ ਇੱਥੋਂ ਮੁੜ ਕੇ ਵਾਪਸ। ਇਹੀ ਸਟੋਰੀ। ਯਾਨੀ ਤੁਹਾਡੇ 'ਤੇ ਜਿਹੜਾ ਹਮਲਾ ਹੋਇਆ ਫਗਵਾੜਾ ਦੇ ਸਿਵਲ ਹਸਪੀਟਲ ਦੇ ਵਿੱਚ? ਹਾਂਜੀ, ਉੱਪਰ ਰਿਸੈਪਸ਼ਨ 'ਤੇ ਹੋਇਆ ਜੀ, ਵਾਰਡ ਦੇ ਰਿਸੈਪਸ਼ਨ। ਕਿੰਨੇ ਬੰਦੇ ਸੀਗੇ ਜੀ ਟੋਟਲ ਉਹ 5 ਹਮਲਾ ਕਰਨ ਵਾਲੇ? 5 ਜਣੇ ਸੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ? ਇਹਦਾ ਜੀ ਤੁਸੀਂ ਦੇਖੋ ਸਾਡੇ ਪ੍ਰਸ਼ਾਸਨ ਦਾ ਕੀ ਹਾਲ ਹੈ ਵੀ ਦਿਨ ਦਿਹਾੜੇ ਗੁੰਡਾਈ ਹੋ ਰਹੀ ਪੂਰੀ, ਰੋਡ 'ਤੇ ਜਾਂਦੇ ਸਾਡੀ ਗੱਡੀ ਨੂੰ ਰੋਕ ਰਹੇ ਨੇ। ਉਸ ਤੋਂ ਬਾਅਦ ਸਾਰਾ ਹੋਣ ਦੇ ਬਾਵਜੂਦ ਵੀ ਚਲੋ ਅਸੀਂ ਭਲਮਨ ਸਾਈ ਦੇ ਵਿੱਚ ਤੁਹਾਡੇ ਨਾਲ ਐਗਰੀ ਕਰ ਰਹੇ ਹਾਂ, ਅਤੇ ਉਸ ਤੋਂ ਬਾਅਦ ਹਸਪੀਟਲ ਦੇ ਅੰਦਰ ਵੀ ਅਟੈਕ ਕਰ ਰਹੇ ਨੇ। ਡਰੇ ਹੈ ਨਹੀਂ ਲੋਕਾਂ ਨੂੰ ਕਿਸੇ ਚੀਜ਼ ਦਾ, ਦੱਸੋ। ਇਹਨਾਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ। ਜੇ ਉਹ ਕਿਰਚ ਮੇਰੇ ਮਾਰ ਦਿੰਦਾ ਤਾਂ ਕਿਤੇ ਮੇਰਾ ਜ਼ਿਆਦਾ ਹੋ ਜਾਂਦਾ, ਅਤੇ ਉਹ ਮੇਰੀ ਗਰਦਨ 'ਤੇ ਕਿਰਚ ਮਾਰਨ ਦੀ ਜਿਹੜੀ ਉਹਨੇ ਕੋਸ਼ਿਸ਼ ਕੀਤੀ ਮੇਰੇ ਲੱਗ ਜਾਂਦੀ, ਅਤੇ ਫਿਰ ਕੀ ਹੁੰਦਾ। ਹਾਂ ਸਰ, ਆਪਣੇ ਫਗਵਾੜਾ ਸਿਵਲ ਹਸਪੀਟਲ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਜੀ, ਕੀ ਕਾਰਨ ਹੈ ਜੀ ਉਹਦਾ ਦੱਸ?
जी सर, दो पेशेंट है सर हमारे पास आए थे, वरिंदर सिंह और मनिंदर सिंह, दोनों भाई हैं, सन ऑफ इंद्रजीत सिंह। ये शाम को इनके किसी के साथ लड़ाई झगड़े का मामला था, तो हमारे पास आए थे सर। इनकी MLR काट के हमने इनको एडमिट किया था। उसके बाद में ये हमारे जनरल वार्ड में ऊपर एडमिट, और कुछ 2 to 3 अनआइडेंटिफाइड पर्सन आए इनको, और इनको फिर से मार पीट के चले गए। उसके बाद हमने पुलिस इन्फॉर्मेशन भेज दी गई है, और इनकी फ्रेश MLR इंजरीज नोट डाउन करके वो भी भेज दी गई है। तो सर कंडीशन कितना जी पेशेंट की? पेशेंट अभी स्टेबल है सर, इनकी सारी इंजरीज हमने नोट डाउन कर लिया और इनका ट्रीटमेंट चल रहा है।